Hello students, in this lecture we discuss main components of new economic policy. First of all, we discuss other economic reforms since 1991. Following economic reforms concerning liberalization, privatization, globalization have also been undertaken. First is fiscal reform. Fiscal reform refers to increase the revenue receipts and reducing the public expenditure. Fiscal reforms का मतलब है कि revenue receipts ਨੂੰ increase करना, कि government ਨੂੰ ਆਪਣੀ income ਨੂੰ increase करना चाहिए है ਤੇ public expenditure ਨੂੰ ਘੱਟ करना चाहिए, unproductive expenditure ਨੂੰ। ਇਸ ਲਈ ਗਵਰਨਮੈਂਟ ਨੇ ਬਹੁਤ ਸਾਰੇ ਸੈਵਰਲ ਰਿਫੋਰਮਸ ਨੂੰ ਅਡੋਪਟ ਕੀਤਾ ਫਿਸਕਲ ਡੈਫੀਸਿਟ ਨੂੰ ਕੰਟਰੋਲ ਕਰਨ ਲਈ। ਫੋਰ ਐਗਜ਼ਾਮਪਲ, ਕੰਟਰੋਲ ਓਵਰ ਪਬਲਿਕ ਐਕਸਪੈਂਡੀਚਰ ਉੱਪਰ ਕੰਟਰੋਲ ਕੀਤਾ, ਟੈਕਸਿਸ ਰੇਟ ਨੂੰ ਇਨਕਰੀਜ਼ ਕੀਤਾ ਗਿਆ, ਸੇਲ ਆਫ ਸ਼ੇਅਰ ਆਫ ਪਬਲਿਕ ਸੈਕਟਰ ਐਂਟਰਪ੍ਰਾਈਜ਼ਸ, ਰਿਡਕਸ਼ਨ ਇਨ ਸਬਸਿਡੀਜ਼, increase price of public sector product. To promote growth rate, government initiated various fiscal policy reforms. इसलिए बहुत सारे मेन फिजिकल रिफॉर्म्स ਉਹ ਸੀ ਕਿ ਫਸਟ ਵਨ ਇਜ਼ ਕਿ ਟੈਕਸੇਸ਼ਨ ਨੂੰ ਮੋਰ ਸਾਇੰਟੀਫਿਕ ਅਤੇ ਸਿੰਪਲ ਬਣਾਇਆ ਗਿਆ ਅਤੇ ਜਿਹੜੀ ਮੈਕਸੀਮਮ ਲਿਮਿਟ ਆਫ ਇਨਕਮ ਟੈਕਸ ਸੀ ਉਸ ਨੂੰ ਰਿਡਿਊਸ ਕਰ ਦਿੱਤਾ ਗਿਆ। ਕਸਟਮ ਡਿਊਟੀਜ਼ ਨੂੰ ਵੀ ਘੱਟ ਕਰ ਦਿੱਤਾ ਗਿਆ। ਗੁੱਡਸ ਐਂਡ ਸਰਵਿਸਿਜ਼ ਟੈਕਸ ਸੀ, ਜਿਹੜੀਆਂ ਬਹੁਤ ਸਾਰੀ ਕੋਮੋਡਿਟੀਜ਼ ਦੇ ਉੱਪਰ ਲੱਗਾ ਹੋਇਆ ਸੀ ਉਸ ਨੂੰ ਵੀ ਰਿਡਿਊਸ ਕੀਤਾ ਗਿਆ। ਐਂਡ ਸਪੈਸ਼ਲ ਫਿਸਕਲ ਇਨਸੈਂਟਿਵਸ ਦਿੱਤੇ ਜਾਂਦੇ ਸੀ ਗਵਰਨਮੈਂਟ ਦੁਆਰਾ ਇਨਫਰਾਸਟਰਕਚਰ ਨੂੰ ਪ੍ਰਮੋਟ ਕਰਨ ਦੇ ਲਈ। ਨੈਕਸਟ ਇਜ਼ financial or monetary reforms. These reforms refers to reform in country's monetary and banking policies. Country ਦੇ monetary ਤੇ banking policy ਦੇ ਵਿੱਚ reforms ਕਰਨ ਨੂੰ financial reforms ਕਿਹਾ ਜਾਂਦਾ ਆ। ਗਵਰਨਮੈਂਟ ਨੇ ਬਹੁਤ ਸਾਰੇ ਸਿਗਨੀਫਿਕੈਂਟ ਫਾਈਨੈਂਸ਼ੀਅਲ ਰਿਫੋਰਮਸ ਨੂੰ ਇੰਟਰੋਡਿਊਸ ਕੀਤਾ। ਫਸਟ ਵਨ ਇਜ਼ SLR, ਸਟੈਚੂਟਰੀ ਲਿਕੁਇਡਿਟੀ ਰੇਸ਼ੀਓ ਨੂੰ ਘੱਟ ਕਰਕੇ 38.5% ਤੋਂ ਘੱਟ ਕਰਕੇ 19% ਕਰ ਦਿੱਤਾ। ਕੈਸ਼ ਰਿਜ਼ਰਵ ਰੇਸ਼ੀਓ 12% to 4% ਕਰ ਦਿੱਤੀ ਗਈ। Bank rate has been reduced to 6%. Bank have been given freedom to determine their rate of interest within a range fixed by RBI. ਬੈਂਕਸ ਨੂੰ ਇਹ ਫਰੀਡਮ ਦੇ ਦਿੱਤੀ ਗਈ ਕਿ ਉਹ ਆਪਣੀ ਰੇਟ ਆਫ ਇੰਟਰਸਟ ਨੂੰ ਡਿਟਰਮਿਨ ਆਪ ਕਰ ਸਕਦੇ ਆ, ਜਿਹੜੀ ਕਿ RBI ਦੁਆਰਾ ਰੇਂਜ ਫਿਕਸਡ ਕੀਤੀ ਜਾਂਦੀ ਉਸ ਦੇ ਅੰਦਰ। Banks have given more freedom in their internal management. Next is main components of new economic policy. Main components of new economic policy of 1991 are as under. First one is new industrial policy of 1991. Second is new foreign trade policy. Third is new fiscal policy, and fourth is new monetary policy. First is new industrial policy of 1991. ਜੁਲਾਈ 24 1991 ਦੇ ਵਿੱਚ ਗਵਰਨਮੈਂਟ ਨੇ ਇੱਕ ਨਿਊ ਪੋਲਿਸੀ ਅਨਾਊਂਸ ਕੀਤੀ ਸੀ, ਦੈਟ ਇਜ਼ ਨਿਊ ਇੰਡਸਟਰੀਅਲ ਪੋਲਿਸੀ। ਨਾਓ ਫੀਚਰਸ ਆਫ ਨਿਊ ਇੰਡਸਟਰੀਅਲ ਪੋਲਿਸੀ, ਫਸਟ ਇਜ਼ ਕੰਟਰੈਕਸ਼ਨ ਆਫ ਪਬਲਿਕ ਸੈਕਟਰ। ਬਿਗਨਿੰਗ ਦੇ ਵਿੱਚ, ਫਰੋਮ ਦਾ ਵੈਰੀ ਬਿਗਨਿੰਗ, ਇੰਡੀਆ ਦੇ ਵਿੱਚ ਇਕਨੋਮਿਕ ਡਿਵੈਲਪਮੈਂਟ ਦੇ ਲਈ ਜਿਹੜੇ ਪਬਲਿਕ ਸੈਕਟਰ ਨੂੰ ਬਹੁਤ ਹੀ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ। ਬਟ ਐਜ਼ ਓਬਜ਼ਰਵਡ ਬਾਏ ਐਕਸ ਪ੍ਰਾਈਮ ਮਿਨਿਸਟਰ ਡਾਕਟਰ ਮਨਮੋਹਨ ਸਿੰਘ, ਉਹਨਾਂ ਦੇ ਅਕੋਰਡਿੰਗ ਜਿਹੜੀ ਪਬਲਿਕ ਸੈਕਟਰ ਨੂੰ ਪ੍ਰਾਇਓਰਿਟੀ ਇਸ ਕਰਕੇ ਦਿੱਤੀ ਜਾਂਦੀ ਸੀ ਕਿ ਇਹ ਬਿਲੀਵ ਕੀਤਾ ਜਾਂਦਾ ਸੀ ਕਿ ਉਹ ਕੈਪੀਟਲ ਫਾਰਮੇਸ਼ਨ, ਇੰਡਸਟਰੀਅਲਾਈਜੇਸ਼ਨ, ਡਿਵੈਲਪਮੈਂਟ ਐਂਡ ਪਾਵਰਟੀ ਰਿਡਕਸ਼ਨ ਦੇ ਲਈ ਇਹਨਾਂ ਸਾਰੇ ਓਬਜੈਕਟਸ ਨੂੰ ਅਚੀਵ ਕਰਨ ਵਿੱਚ ਹੈਲਪਫੁਲ ਹੋਏਗੀ। ਬਟ ਉਹ ਇਹ ਸਾਰੇ ਓਬਜੈਕਟਿਵਸ ਨੂੰ ਅਚੀਵ ਕਰਨ ਦੇ ਵਿੱਚ ਇੰਨੀ ਜ਼ਿਆਦਾ ਸਕਸੈਸਫੁਲ ਨਹੀਂ ਰਿਹਾ ਪਬਲਿਕ ਸੈਕਟਰ। ਇਸ ਲਈ ਨਿਊ ਇਕਨੋਮਿਕ ਰੀਫੋਰਮਸ ਦੇ ਵਿੱਚ ਜਿਹੜੇ ਨੰਬਰ ਆਫ ਇੰਡਸਟਰੀ ਸੀਗੀਆਂ ਪਬਲਿਕ ਸੈਕਟਰ ਦੇ ਲਈ ਰਿਜ਼ਰਵਡ, ਉਸ ਨੂੰ ਰਿਡਿਊਸ ਕਰਕੇ 70 to 2 ਕਰ ਦਿੱਤਾ ਗਿਆ। ਥੀਜ਼ ਆਰ ਐਟੋਮਿਕ ਐਨਰਜੀ ਐਂਡ ਰੇਲਵੇ ਟਰਾਂਸਪੋਰਟਸ। ਜਿਹੜੇ 6 ਯੂਨਿਟਸ ਆਫ ਪਬਲਿਕ ਸੈਕਟਰ ਸੀ ਉਹਨਾਂ ਨੂੰ ਕਲੋਜ਼ ਡਾਊਨ ਕਰ ਦਿੱਤਾ ਗਿਆ ਅਤੇ ਪਬਲਿਕ ਸੈਕਟਰ ਦੇ ਜਿਹੜੇ ਸ਼ੇਅਰ ਸੀ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਨੂੰ ਪਬਲਿਕ ਸੈਕਟਰ ਦੇ ਸ਼ੇਅਰਸ ਨੂੰ ਪ੍ਰਾਈਵੇਟ ਸੈਕਟਰ ਨੂੰ ਸੋਲਡ ਕਰ ਦਿੱਤਾ ਗਿਆ। ਇਸ ਤੋਂ ਬਾਅਦ ਨਿਊ ਇਕਨੋਮਿਕ ਰੀਫੋਰਮਸ ਤੋਂ ਬਾਅਦ ਜਿਹੜੇ ਪੋਲੀਟੀਕਲ ਇੰਟਰਫੇਅਰਸ ਹੁੰਦਾ ਸੀਗਾ ਪਬਲਿਕ ਸੈਕਟਰ ਯੂਨਿਟਸ ਦੇ ਵਿੱਚ, ਉਹਦੀ ਇੰਟਰਫੇਅਰੈਂਸ ਵੀ ਘੱਟ ਗਈ। ਉਸ ਨਾਲ ਕੀ ਹੋਇਆ, ਉਹਨਾਂ ਦੀ ਐਫੀਸ਼ੀਐਂਸੀ ਵੀ ਇਨਕਰੀਜ਼ ਹੋ ਗਈ ਜ਼ਿਆਦਾ। ਨੈਕਸਟ ਇਜ਼ ਪ੍ਰਾਈਵੇਟਾਈਜੇਸ਼ਨ ਔਰ ਐਕਸਪੈਂਸ਼ਨ ਆਫ ਪ੍ਰਾਈਵੇਟ ਸੈਕਟਰ।
ਨਿਊ ਇੰਡਸਟਰੀਅਲ ਪੋਲਿਸੀ ਪ੍ਰਾਈਵੇਟ ਸੈਕਟਰ ਦੇ ਐਕਸਪੈਂਸ਼ਨ ਜਾਂ ਉਸਦੀ ਗਰੋਥ ਨੂੰ ਐਨਕਰੇਜ ਕਰਦੀ ਸੀ। ਇਨ ਦਾ ਵੈਰੀ ਬਿਗਨਿੰਗ ਇੰਡੀਆ ਦੇ ਵਿੱਚ ਜਿਹੜੀ ਡਿਵੈਲਪਮੈਂਟ ਦੇ ਲਈ ਪਬਲਿਕ ਸੈਕਟਰ ਨੂੰ ਜ਼ਿਆਦਾ ਇੰਪੋਰਟੈਂਸ ਦਿੱਤੀ ਜਾਂਦੀ ਸੀ ਐਜ਼ ਕੰਪੇਅਰ ਟੂ ਪ੍ਰਾਈਵੇਟ ਸੈਕਟਰ। ਬਟ ਅੰਡਰ ਦਾ ਨਿਊ ਇਕਨੋਮਿਕ ਪੋਲਿਸੀ encouragement of private sector has been accepted. Tendency of expansion of private sector is evident from the following facts. ਜਿਹੜੀ ਨੰਬਰ ਆਫ ਇੰਡਸਟਰੀ ਸੀ ਰਿਜ਼ਰਵ ਸੀਗੀਆਂ ਪਬਲਿਕ ਸੈਕਟਰ ਦੇ ਲਈ ਫॉर ਇਨਵੈਸਟਮੈਂਟ ਉਸਨੂੰ ਘੱਟ ਕਰਕੇ 72 ਤੋਂ 2 ਕਰ ਦਿੱਤਾ ਗਿਆ। ਨਾਓ ਪ੍ਰਾਈਵੇਟ ਸੈਕਟਰ ਕੈਨ ਆਲਸੋ ਅਸਟੈਬਲਿਸ਼ ਇਟਸ ਯੂਨਿਟਸ ਇਨ ਇੰਡਸਟਰੀਜ਼ ਲਾਈਕ ਆਇਰਨ ਸਟੀਲ ਐਨਰਜੀ ਏਅਰ ਟਰਾਂਸਪੋਰਟ ਐਕਸੈਕਟਰਾਸ। ਜਿਹੜੇ ਪਬਲਿਕ ਸੈਕਟਰ ਦੇ ਐਗਜ਼ਿਸਟਿੰਗ ਯੂਨਿਟਸ ਆਫ ਪਬਲਿਕ ਸੈਕਟਰ ਸੀ ਉਹਨਾਂ ਦੇ ਸ਼ੇਅਰਸ ਨੂੰ ਪ੍ਰਾਈਵੇਟ ਸੈਕਟਰ ਨੂੰ ਸੋਲਡ ਕਰ ਦਿੱਤਾ ਗਿਆ। ਇਸ ਤਰੀਕੇ ਨਾਲ ਜਿਹੜੀ ਪਬਲਿਕ ਸੈਕਟਰ ਐਂਟਰਪ੍ਰਾਈਜ਼ਸ ਦੀ ਪਾਰਟਨਰਸ਼ਿਪ ਪ੍ਰਾਈਵੇਟ ਸੈਕਟਰ ਦੇ ਨਾਲ ਇਨਕਰੀਜ਼ ਹੋਈ, ਜਿਸ ਨਾਲ ਕਿ ਦੋਨਾਂ ਦੀ ਐਫੀਸ਼ੀਐਂਸੀ ਅਤੇ ਗਰੋਥ ਜ਼ਿਆਦਾ ਪੋਸੀਬਲ ਹੋ ਸਕੀ। ਨੈਕਸਟ ਇਜ਼ ਡੀਰੈਗੂਲੇਸ਼ਨ ਆਫ ਲਿਬਰਲਾਈਜੇਸ਼ਨ। ਨਿਊ ਇੰਡਸਟਰੀਅਲ ਪੋਲਿਸੀ ਦਾ ਅਦਰ ਫੀਚਰਸ ਕੀ ਸੀ ਕਿ ਪੋਲਿਸੀ ਆਫ ਲਿਬਰਲਾਈਜੇਸ਼ਨ ਨੂੰ ਅਡੋਪਟ ਕੀਤਾ ਸੀ ਇਨ ਪਲੇਸ ਆਫ ਕੰਟਰੋਲਡ ਇਕੋਨਮੀ। ਪਹਿਲਾਂ ਜਿਹੜਾ ਪ੍ਰਾਈਵੇਟ ਸੈਕਟਰ ਦੇ ਉੱਪਰ ਬਹੁਤ ਸਾਰੇ ਰਿਸਟ੍ਰਿਕਸ਼ਨਸ ਹੁੰਦੇ ਆ, ਲਾਇਸੈਂਸ ਸਿਸਟਮ ਬਹੁਤ ਜ਼ਿਆਦਾ ਐਪਲੀਕੇਬਲ ਹੁੰਦਾ ਸੀ। ਨਿਊ ਇੰਡਸਟਰੀਅਲ ਪੋਲਿਸੀਜ਼ ਦੇ ਵਿੱਚ ਪ੍ਰਾਈਵੇਟ ਸੈਕਟਰ ਨੂੰ ਲਾਰਜ ਐਕਸਟੈਂਸ਼ਨ ਤੱਕ ਜਿਹੜੀ ਲਾਇਸੈਂਸ ਅਤੇ ਅਦਰ ਰਿਸਟ੍ਰਿਕਸ਼ਨਸ ਉਹਨਾਂ ਜਿਹੜੀਆਂ ਕੰਪਲਸ਼ਨ ਸੀ ਉਹਨਾਂ ਨੂੰ ਬਹੁਤ ਹੱਦ ਤੱਕ ਘੱਟ ਕਰ ਦਿੱਤਾ ਗਿਆ। From the year 2006 and 7 only 5 industries required industrial license। ਸਿਰਫ 5 ਇੰਡਸਟਰੀਜ਼ ਆ ਜਿਨ੍ਹਾਂ ਨੂੰ ਇੰਡਸਟਰੀਅਲ ਲਾਇਸੈਂਸ ਲੈਣਾ ਪੈਂਦਾ ਫੋਰ ਸੈਟਅਪ ਕਰਨ ਦੇ ਲਈ। ਇਹ ਇੰਡਸਟਰੀਜ਼ ਹੈਗੀ, ਫਸਟ ਵਨ ਇਜ਼ ਐਲਕੋਹਲ, ਸੈਕਿੰਡ ਇਜ਼ ਸਿਗਰੇਟਸ, ਥਰਡ ਇਜ਼ ਡਿਫੈਂਸ ਇਕੁਇਪਮੈਂਟਸ, fourth is industrial explosive and fifth is hazardous chemical। ਜਿਹੜੀਆਂ ਅਦਰਸ ਇੰਡਸਟਰੀਜ਼ ਆ ਉਹਨਾਂ ਨੂੰ ਲਾਇਸੈਂਸ ਲੈਣ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਹੁਣ ਜਿਹੜੇ ਐਂਟਰਪ੍ਰੀਨੋਰਸ ਆ ਉਹ ਫ੍ਰੀ ਹੋ ਗਏ ਆ ਟੂ ਸਟਾਰਟ ਐਨੀ ਬਿਜ਼ਨਸ ਯੂਨਿਟਸ ਐਂਡ ਸੈਲ ਇਟਸ ਸ਼ੇਅਰ ਵਿਦਆਊਟ ਮਚ ਰਿਸਟ੍ਰਿਕਸ਼ਨਸ। ਨੈਕਸਟ ਇਜ਼ ਰਿਲੈਕਸੇਸ਼ਨਸ ਫਰੋਮ ਮੋਨੋਪੋਲੀਜ਼ ਐਕਟ। According to the provisions of Monopolies and Restrictive Trade Practice Act, all those companies having assets worth more than rupees 100 crore were declared MRTP units, and such units were subjected to several restrictions। ਉਹ ਕੰਪਨੀ ਜਿਨ੍ਹਾਂ ਦੇ ਐਸੈਟਸ 100 ਰੁਪੀਜ਼ ਕਰੋੜ ਤੋਂ ਜ਼ਿਆਦਾ ਡਿਕਲੇਅਰ ਕਰ ਦਿੱਤੇ ਜਾਂਦੇ ਸੀ ਉਹਨਾਂ ਨੂੰ MRTP ਕੰਪਨੀ ਡਿਕਲੇਅਰ ਕਰ ਦਿੱਤਾ ਜਾਂਦਾ ਸੀ। ਉਹਨਾਂ 'ਤੇ ਬਹੁਤ ਸਾਰੀਆਂ ਸੈਵਰਲ ਰਿਸਟ੍ਰਿਕਸ਼ਨਸ ਲਗਾ ਦਿੱਤੀਆਂ ਜਾਂਦੀਆਂ ਸੀ। ਪਹਿਲਾਂ ਕਿ ਉਹਨਾਂ ਜਿਹੜੀ ਕੈਪੀਟਲ ਇਨਵੈਸਟਮੈਂਟ ਦੀ ਇੱਕ ਲਿਮਿਟ ਫਿਕਸਡ ਕੀਤੀ ਜਾਂਦੀ ਸੀ। ਆਫਟਰ ਇਕਨੋਮਿਕ ਰੀਫੋਰਮਸ ਤੋਂ ਬਾਅਦ ਕਿ MRTP ਐਕਟ ਦੇ ਵਿੱਚ ਬਹੁਤ ਜ਼ਿਆਦਾ ਰਿਲੈਕਸੇਸ਼ਨ ਦਿੱਤੀ ਗਈ ਅਤੇ ਜਿਹੜੀ ਕੈਪੀਟਲ ਇਨਵੈਸਟਮੈਂਟ ਦੀ ਲਿਮਿਟ ਫਿਕਸਡ ਕੀਤੀ ਗਈ ਸੀ ਉਸਨੂੰ ਰਿਮੂਵਡ ਕਰ ਦਿੱਤਾ ਗਿਆ। ਇਨ ਦਾ ਈਅਰ 2002 MRTP ਐਕਟ ਵਾਜ਼ ਐਬੋਲਿਸ਼ਡ। MRTP ਐਕਟ ਨੂੰ ਅਬੋਲਿਸ਼ ਕਰ ਦਿੱਤਾ ਗਿਆ ਅਤੇ ਉਸ ਦੇ ਜਗ੍ਹਾ 'ਤੇ ਇੱਕ ਬਹੁਤ ਹੀ ਲਿਬਰਲ ਕੰਪੀਟੀਸ਼ਨ ਐਕਟ ਨੂੰ ਲਾਂਚ ਕੀਤਾ ਗਿਆ। ਨੈਕਸਟ ਇਜ਼ ਫੋਰਨ ਡਾਇਰੈਕਟ ਇਨਵੈਸਟਮੈਂਟ। ਅੰਡਰ ਦਾ ਨਿਊ ਪੋਲਿਸੀ ਜਿਹੜੀ ਫੋਰਨ ਕੈਪੀਟਲ ਇਨਵੈਸਟਮੈਂਟ ਲਿਮਿਟ ਪਹਿਲਾਂ 40% ਸੀ ਉਸਨੂੰ ਇਨਕਰੀਜ਼ ਕਰਕੇ 100% ਕਰ ਦਿੱਤਾ ਗਿਆ। ਫੋਰਨ ਡਾਇਰੈਕਟ ਇਨਵੈਸਟਮੈਂਟ ਇਜ਼ ਨਾਓ ਅਲਾਊਡ ਈਵਨ ਇਨ ਪ੍ਰਾਇਓਰਿਟੀ ਸੈਕਟਰ। ਪ੍ਰਾਇਓਰਿਟੀ ਸੈਕਟਰ ਦੇ ਵਿੱਚ ਵੀ ਫੋਰਨ ਡਾਇਰੈਕਟ ਇਨਵੈਸਟਮੈਂਟ ਨੂੰ ਅਲਾਊ ਕਰ ਦਿੱਤਾ ਗਿਆ। ਜਿਹੜੇ ਫੋਰਨ ਇਨਵੈਸਟਮੈਂਟ ਨੂੰ ਉਹ ਸਾਰੀਆਂ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਜਾਂਦੀਆਂ ਸੀ ਜਿਹੜੀਆਂ ਕਿ ਡੋਮੈਸਟਿਕ ਸੈਕਟਰਸ ਦੇ ਲਈ ਅਵੇਲੇਬਲ ਹੁੰਦੀਆਂ ਸੀ। ਇਟ ਹੈਜ਼ ਐਨਕਰੇਜ ਇਨਫਲੋ ਆਫ ਫੋਰਨ ਇਨਵੈਸਟਮੈਂਟ, ਜਿਸ ਦੇ ਕਾਰਨ ਜਿਹੜਾ ਫੋਰਨ ਇਨਵੈਸਟਮੈਂਟ ਦਾ ਇਨਫਲੋ ਇਨਕਰੇਜ ਹੁੰਦਾ ਆ। ਇਨ 1999 ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ ਨੂੰ ਰਿਪਲੇਸਡ ਕਰ ਦਿੱਤਾ ਗਿਆ ਫੋਰਨ ਐਕਸਚੇਂਜ ਮੈਨੇਜਮੈਂਟ ਐਕਟ ਦੇ ਨਾਲ, ਜੋ ਕਿ ਪਹਿਲੇ ਫੋਰਨ ਐਕਸਚੇਂਜ ਰੈਗੂਲੇਸ਼ਨ ਐਕਟ ਦੇ ਕੰਪੈਰੇਟਿਵਲੀ ਬਹੁਤ ਜ਼ਿਆਦਾ ਲਿਬਰਲ ਸੀਗਾ। ਉਸ ਵਿੱਚ ਇੰਨੀਆਂ ਜ਼ਿਆਦਾ ਰਿਸਟ੍ਰਿਕਸ਼ਨ ਤੇ ਨਹੀਂ ਸੀਗੀਆਂ, ਜਿਸ ਕਾਰਨ ਜਿਹੜੀ ਫੋਰਨ ਇਨਵੈਸਟਰਸ ਅਟਰੈਕਟ ਹੁੰਦੇ ਸੀ ਟੂਵਰਡ ਇੰਡੀਆ ਵੱਲ। ਨੈਕਸਟ ਇਜ਼ ਫੋਰਨ ਟੈਕਨੋਲੋਜੀ ਐਗਰੀਮੈਂਟ। ਇੰਪਰੂਵਡ ਟੈਕਨੋਲੋਜੀ ਇੱਕ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਆ ਰੈਪਿਡ ਇੰਡਸਟਰੀਅਲਾਈਜੇਸ਼ਨ ਆਫ ਐਨ ਕੰਟਰੀ, ਮਤਲਬ ਕਿ ਕੰਟਰੀ ਦੇ
ਇੰਡਸਟਰੀਅਲਾਈਜੇਸ਼ਨ ਦੀ ਰੈਪਿਡ ਗਰੋਥ ਦੇ ਲਈ ਟੈਕਨੋਲੋਜੀ ਦੀ ਇੰਪਰੂਵਡ ਟੈਕਨੋਲੋਜੀ ਬਹੁਤ ਹੀ ਇੰਪੋਰਟੈਂਟ ਰੋਲ ਪਲੇ ਕਰਦੀ ਆ। ਆਫਟਰ ਨਿਊ ਇਕਨੋਮਿਕ ਰੀਫੋਰਮਸ ਕਿ ਇੰਡਸਟਰੀ ਪੋਲਿਸੀ ਦੇ ਵਿੱਚ ਜਿਹੜੀਆਂ ਹਾਈ ਪ੍ਰਾਇਓਰਿਟੀ ਇੰਡਸਟਰੀ ਸੀਗੀਆਂ ਉਹਨਾਂ ਨੂੰ ਹੁਣ ਕਿ ਪ੍ਰਾਇਰ ਅਪਰੂਵਲ ਦੀ ਜ਼ਰੂਰਤ ਨਹੀਂ ਪੈਂਦੀ ਸੀਗੀ ਕਿ ਫੋਰਨ ਟੈਕਨੋਲੋਜੀ ਨੂੰ ਯੂਜ਼ ਕਰਨ ਦੇ ਲਈ ਕੋਈ ਐਗਰੀਮੈਂਟ ਨਹੀਂ ਕਰਨਾ ਪੈਂਦਾ ਸੀ। ਨੈਕਸਟ ਇਜ਼ ਵੈਲਿਊਏਸ਼ਨ ਆਫ ਨਿਊ ਇੰਡਸਟਰੀਅਲ ਪੋਲਿਸੀ। ਜਿਹੜੀ ਨਿਊ ਇੰਡਸਟਰੀਅਲ ਪੋਲਿਸੀ ਸੀ ਉਹ ਹਾਈਲੀ ਲਿਬਰਲ ਪੋਲਿਸੀ ਸੀ। ਇਸ ਦਾ ਮੇਨ ਓਬਜੈਕਟਿਵ ਕੀ ਸੀ ਕਿ ਜਿਹੜੀ ਇੰਡੀਅਨ ਇੰਡਸਟਰੀਜ਼ ਨੂੰ ਫਰੀ ਕਰਨਾ ਸੀ ਅਨਨੈਸੈਸਰੀ ਐਡਮਿਨਿਸਟ੍ਰੇਟਿਵ ਅਤੇ ਲੀਗਲ ਕੰਟਰੋਲਸ ਤੋਂ। ਐਜ਼ ਅ ਰਿਜ਼ਲਟ ਆਫ ਦਿਸ ਪੋਲਿਸੀ ਜਿਹੜੀ ਇੰਡੀਅਨ ਇੰਡਸਟਰੀਜ਼ ਆ, ਇੰਡੀਅਨ ਸੈਕਟਰ ਇੰਡਸਟਰੀ ਸੈਕਟਰ ਆ, ਉਹਦੀ ਰੀਵੈਲਿਊਏਸ਼ਨ ਦੀ ਫੰਡਾਮੈਂਟਲ ਚੇਂਜ ਉਸ ਵਿੱਚ ਪੋਸੀਬਿਲਿਟੀ ਆਉਂਦੀ ਉਹਦੇ ਵਿੱਚ। ਦੈਟ ਮੀਨਸ ਉਹਨਾਂ ਵਿੱਚ ਜ਼ਿਆਦਾ ਚੇਂਜਸ ਇੰਡਸਟਰੀਅਲ ਗਰੋਥ ਜ਼ਿਆਦਾ ਹੋਣ ਲੱਗਦੀ ਆ। ਨਿਊ ਇੰਡਸਟਰੀਅਲ ਪੋਲਿਸੀਜ਼ ਦੇ ਮੇਨ ਓਬਜੈਕਟਿਵ ਕੀ ਸੀ ਕਿ ਐਮਪਲੋਇਮੈਂਟ ਓਪਰਚੁਨਿਟੀ ਨੂੰ ਮੈਕਸੀਮਮ ਕਰਨਾ ਅਤੇ ਜਿਹੜੀ ਇੰਡੀਅਨ ਇੰਡਸਟਰੀ ਨੂੰ ਇੰਨਾ ਕੈਪੇਬਲ ਕਰਨਾ ਕਿ ਉਹ ਇੰਟਰਨੈਸ਼ਨਲ ਮਾਰਕੀਟ ਵਿੱਚ ਕੰਪੀਟੀਸ਼ਨ ਕਰ ਸਕੇ। ਇਨ ਦਾ ਈਅਰ 2011 ਗਵਰਨਮੈਂਟ ਨੇ ਇੱਕ ਨਿਊ ਪੋਲਿਸੀ ਅਨਾਊਂਸ ਕੀਤੀ ਦੈਟ ਇਜ਼ ਨੈਸ਼ਨਲ ਮੈਨੂਫੈਕਚਰਿੰਗ ਪੋਲਿਸੀ, ਮੈਨੂਫੈਕਚਰ ਸੈਕਟਰ ਨੂੰ ਬੂਸਟ ਕਰਨ ਦੇ ਲਈ। In the year 2014 and 15, government has started Make in India program to further boost manufacturing sector of the economy. Next is new foreign trade policy. ਨਿਊ ਫੋਰਨ ਟਰੇਡ ਪੋਲਿਸੀ ਦਾ ਮੇਨ ਓਬਜੈਕਟਿਵ ਕੀ ਸੀ ਕਿ ਲਿਬਰਲ ਕਰਨਾ ਸੀ ਫੋਰਨ ਟਰੇਡ ਨੂੰ, ਜਿਹੜੀ ਕਿ ਜਿਸ ਉੱਪਰ ਬਹੁਤ ਸਾਰੇ ਪਹਿਲਾਂ ਰਿਸਟ੍ਰਿਕਸ਼ਨਸ ਲੱਗੇ ਹੋਏ ਸੀਗੇ। New economic policy makes following provisions for promoting foreign trade in the economy. After economic reforms, ਫਸਟ ਇੱਕ ਲੌਂਗ ਟਰਮ ਫੋਰਨ ਟਰੇਡ ਪੋਲਿਸੀ ਨੂੰ ਡਿਕਲੇਅਰ ਕੀਤਾ ਗਿਆ ਜੋ ਕਿ 5 years ਦੀ ਸੀ, ਦੈਟ ਇਜ਼ 1992 ਤੋਂ ਲੈ ਕੇ 97 ਤੱਕ। ਇਸ ਪੋਲਿਸੀ ਦਾ ਮੇਨ ਕਰੈਕਟਰਿਸਟਿਕਸ ਕੀ ਸੀ ਕਿ ਬਹੁਤ ਜ਼ਿਆਦਾ ਲਿਬਰਲਾਈਜ਼ ਸੀਗੀ ਕਿ ਅੰਡਰ ਦਿਸ ਪੋਲਿਸੀ ਜਿਹੜੇ ਸਾਰੇ ਕੰਟਰੋਲਸ ਅਤੇ ਰਿਸਟ੍ਰਿਕਸ਼ਨ ਸੀ ਫੋਰਨ ਟਰੇਡ ਦੇ ਉੱਪਰ ਉਸ ਨੂੰ ਵਿਡਰੋ ਕਰ ਦਿੱਤਾ ਗਿਆ। ਆਫਟਰ ਦਿਸ ਲੌਂਗ ਟਰਮ ਐਕਸਪੋਰਟ ਇੰਪੋਰਟ ਪੋਲਿਸੀ ਨੂੰ ਅਨਾਊਂਸਡ ਕੀਤਾ ਗਿਆ 2002 ਤੋਂ ਲੈ ਕੇ 2007 ਤੱਕ, ਦੈਨ 2004 to 9, 2009 to 14 ਐਂਡ 2015 to 20 ਵਰ ਅਨਾਊਂਸਡ। ਉਸ ਤੋਂ ਬਾਅਦ ਜਿਹੜੇ ਬਹੁਤ ਸਾਰੇ ਐਡਮਿਨਿਸਟ੍ਰੇਟਿਵ ਕੰਟਰੋਲ ਸੀ ਉਹਨਾਂ ਨੂੰ ਮਿਨੀਮਾਈਜ਼ ਕਰ ਦਿੱਤਾ ਗਿਆ। ਦ ਪ੍ਰੈਜ਼ੈਂਟ ਫੋਰਨ ਟਰੇਡ ਪੋਲਿਸੀ 2015 ਐਂਡ 20 ਇਜ਼ ਆਲਸੋ ਏ ਵੈਰੀ ਲਿਬਰਲ policy. Next is in order to render Indian economy internationally competitive, custom duties and tariff are being gradually lowered. Custom duties ਤੇ tariffs ਨੂੰ ਵੀ lower ਕੀਤਾ ਗਿਆ। ਨੈਕਸਟ ਇਜ਼ ਕਿ ਬੈਲੈਂਸ ਆਫ ਪੇਮੈਂਟ ਦੇ ਡੈਫੀਸਿਟ ਨੂੰ ਖਤਮ ਕਰਨ ਦੇ ਲਈ ਬਹੁਤ ਸਾਰੇ ਸਟੈਪਸ ਚੁੱਕੇ ਗਵਰਨਮੈਂਟ ਨੇ ਅਡੋਪਟ ਕੀਤੇ ਕਿ ਐਕਸਪੋਰਟਸ ਨੂੰ ਐਨਕਰੇਜ ਕੀਤਾ ਐਂਡ ਇੰਪੋਰਟ ਸਬਸਟੀਟਿਊਸ਼ਨ ਕਿ ਇੰਪੋਰਟਸ ਨੂੰ ਹੀ ਆਪਣੇ ਡੋਮੈਸਟਿਕ ਇੰਡਸਟਰੀ ਦੇ ਵਿੱਚ ਹੀ ਪ੍ਰੋਡਿਊਸ ਕਰਨਾ ਸਟਾਰਟ ਕੀਤਾ। ਨੈਕਸਟ ਇਜ਼ ਨਿਊ ਫਿਸਕਲ ਪੋਲਿਸੀ। ਗਵਰਨਮੈਂਟ ਦੇ ਇਨਕਮ ਅਤੇ ਐਕਸਪੈਂਡੀਚਰ ਦੇ ਨਾਲ ਰਿਲੇਟਡ ਪੋਲਿਸੀ ਨੂੰ ਫਿਸਕਲ ਪੋਲਿਸੀ ਕਿਹਾ ਜਾਂਦਾ ਆ। ਇਸ ਨੂੰ ਬਜਟਰੀ ਪੋਲਿਸੀ ਆਫ ਗਵਰਨਮੈਂਟ ਵੀ ਬੋਲਿਆ ਜਾਂਦਾ ਆ। ਇਹ ਡੀਲ ਕਰਦੀ ਆ ਟੈਕਸੇਸ਼ਨ ਨਾਲ, ਗਵਰਨਮੈਂਟ ਦੇ ਐਕਸਪੈਂਡੀਚਰ ਨਾਲ, ਡੈਫੀਸਿਟ ਫਾਈਨੈਂਸਿੰਗ ਐਂਡ ਪਬਲਿਕ ਡੈਪਟ ਨਾਲ। In this policy, government's expenditure and revenue sources are managed so as to achieve some basic objects. These basic objectives can be rapid economic development, increase in rate of capital formation, removal of poverty, removal of regional disparity. In the new economic policy, following measures have been taken with regard to fiscal policy. First is ਕਿ ਟੈਕਸ ਰੇਟ ਵਿੱਚ ਰਿਡਕਸ਼ਨ ਕੀਤੀ ਗਈ ਅਤੇ ਟੈਕਸ ਚੋਰੀ ਨੂੰ ਘੱਟ ਕੀਤਾ ਗਿਆ। ਨੋਨ ਡਿਵੈਲਪਮੈਂਟ ਐਕਸਪੈਂਡੀਚਰ ਨੂੰ ਘੱਟ ਕੀਤਾ ਗਿਆ ਤਾਂ ਜੋ ਡੈਫੀਸਿਟ ਬਜਟ ਨੂੰ ਰਿਡਿਊਸ ਕੀਤਾ ਜਾ ਸਕੇ। ਸਬਸਿਡੀਜ਼ ਨੂੰ ਘੱਟ ਕੀਤਾ ਗਿਆ ਤਾਂ ਜੋ ਗਵਰਨਮੈਂਟ ਐਕਸਪੈਂਡੀਚਰ ਨੂੰ ਘੱਟ ਕੀਤਾ ਜਾ ਸਕੇ। ਰਿਡਿਊਸਿੰਗ ਡਿਪੈਂਡੈਂਸ ਔਨ ਐਕਸਟਰਨਲ ਬੋਰਿੰਗ, ਡਿਸਕਰੇਜਿੰਗ ਡੈਫੀਸਿਟ ਫਾਈਨਾਂਸ ਨੂੰ ਡਿਸਕਰੇਜ ਕੀਤਾ ਗਿਆ। ਡੈਫੀਸਿਟ ਫਾਈਨਾਂਸ ਕੀ ਹੁੰਦਾ ਹੈ ਕਿ ਬਜਟ ਦੇ ਡੈਫੀਸਿਟ ਨੂੰ ਪੂਰਾ ਕਰਨ ਦੇ ਲਈ ਜਦੋਂ RBI ਨਿਊ ਨੋਟਸ ਨੂੰ ਪ੍ਰਿੰਟ ਕਰਦੀ ਹੈ ਉਸ ਨੂੰ ਡੈਫੀਸਿਟ ਫਾਈਨੈਂਸਿੰਗ ਕਿਹਾ ਜਾਂਦਾ ਹੈ। ਨੈਕਸਟ ਇਜ਼ ਸਿੰਪਲੀਫਿਕੇਸ਼ਨ ਆਫ ਟੈਕਸ ਪ੍ਰੋਸੀਜਰ ਐਂਡ ਮੋਡੀਫਿਕੇਸ਼ਨ ਇਨ ਇਨਡਾਇਰੈਕਟ ਟੈਕਸ ਕਿ ਟੈਕਸ ਪ੍ਰੋਸੀਜਰ ਨੂੰ ਸਿੰਪਲੀਫਾਈਡ ਕੀਤਾ ਗਿਆ ਅਤੇ ਇੰਡਾਇਰੈਕਟ ਟੈਕਸ ਦੇ ਸਟਰਕਚਰ ਨੂੰ ਮੋਡੀਫਿਕੇਸ਼ਨ ਕੀਤਾ ਗਿਆ। ਨੈਕਸਟ ਇਜ਼ ਨਿਊ ਮੋਨੀਟਰੀ ਪੋਲਿਸੀ। Monetary policy refers to policy related to money supply and interest rate in the economy.
ਇਕੋਨਮੀ ਦੇ ਵਿੱਚ ਮਨੀ ਸਪਲਾਈ ਅਤੇ ਇੰਟਰਸਟ ਰੇਟ ਦੇ ਨਾਲ ਜਿਹੜੀ ਰਿਲੇਟਡ ਪੋਲਿਸੀ ਹੁੰਦੀ ਆ ਉਸਨੂੰ ਮੋਨੇਟਰੀ ਪਾਲਿਸੀ ਕਿਹਾ ਜਾਂਦਾ ਆ। ਇਹ ਪੋਲਿਸੀ ਨੂੰ ਫਾਰਮੂਲੇਟ ਅਤੇ ਐਗਜ਼ੀਕਿਊਟ RBI ਕਰਦੀ ਆ। ਅਚੀਵਿੰਗ ਪ੍ਰਾਈਸ ਸਟੇਬਿਲਿਟੀ ਨੂੰ ਅਚੀਵ ਕਰਨ ਦੇ ਲਈ ਫਾਈਨੈਂਸ਼ੀਅਲ ਸਟੇਬਿਲਿਟੀ ਅਤੇ ਐਡਿਕੁਏਟ ਅਵੇਲੇਬਿਲਿਟੀ ਆਫ ਕ੍ਰੈਡਿਟ ਇਹਦੇ ਕੀ ਹੈ ਕੀ ਓਬਜੈਕਟਿਵਸ ਆ ਮੋਨੇਟਰੀ ਪੋਲਿਸੀ ਦੇ। ਨਿਊ ਇਕਨੋਮਿਕ ਪੋਲਿਸੀ ਦੇ ਵਿੱਚ ਬਹੁਤ ਸਾਰੇ ਮੇਜਰਸ ਅਡੋਪਟ ਕੀਤੇ ਗਏ ਵਿਦ ਰਿਗਾਰਡ ਟੂ ਮੋਨੇਟਰੀ ਪੋਲਿਸੀ। ਫਸਟ ਇਜ਼ ਬੈਂਕ ਰੇਟ, ਸਟੈਟੂਟਰੀ ਲਿਕੁਇਡਿਟੀ ਰੇਸ਼ੋ, ਕੈਸ਼ ਰਿਜ਼ਰਵ ਰੇਸ਼ੋ। ਰੈਪੋ ਰੇਟ ਅਤੇ ਰਿਜ਼ਰਵ ਰੈਪੋ ਰੇਟ ਆਰ ਚੇਂਜਡ ਫਰੋਮ ਟਾਈਮ ਟੂ ਟਾਈਮ ਐਜ਼ ਟੂ ਇਨਸ਼ਿਓਰ ਐਡੂਕੇਟ ਅਵੇਲੇਬਿਲਿਟੀ ਆਫ ਕ੍ਰੈਡਿਟ ਇਨ ਦੀ ਇਕੋਨਮੀ ਐਟ ਦ ਸੇਮ ਟਾਈਮ ਟੂ ਅਚੀਵ ਦ ਓਬਜੈਕਟਿਵ ਆਫ ਪ੍ਰਾਈਸ ਸਟੇਬਿਲਿਟੀ। ਦੈਟ ਮੀਨਸ ਕਿ ਇਕੋਨਮੀ ਦੇ ਵਿੱਚ ਅਵੇਲੇਬਿਲਿਟੀ ਆਫ ਕ੍ਰੈਡਿਟ ਅਤੇ ਪ੍ਰਾਈਸ ਸਟੇਬਿਲਿਟੀ ਦੇ ਓਬਜੈਕਟਿਵਸ ਨੂੰ ਅਚੀਵ ਕਰਨ ਦੇ ਲਈ ਜਿਹੜੀ RBI ਆ ਬੈਂਕ ਰੇਟ, SLR ਅਤੇ ਕੈਸ਼ ਰਿਜ਼ਰਵ ਰੈਪੋ ਰੇਟ ਅਤੇ ਰਿਜ਼ਰਵ ਰੈਪੋ ਰੇਟ ਨੂੰ ਟਾਈਮ ਟੂ ਟਾਈਮ ਚੇਂਜ ਕਰਦੀ ਰਹਿੰਦੀ ਆ। ਨੈਕਸਟ ਇਜ਼ reduction in interest rate so as to make domestic interest rate in line with international trends। ਥਰਡ ਇਜ਼ ਕਿ discouraging unproductive loans ਨੂੰ ਡਿਸਕਰਜ ਕਰਨਾ ਤਾਂ ਜੋ ਫੰਡਸ ਜ਼ਿਆਦਾ ਅਵੇਲੇਬਲ ਹੋ ਸਕੇ ਤਾਂ ਜੋ ਉਸਨੂੰ ਪ੍ਰੋਡਕਟਿਵ ਲੋਨਸ ਦੇ ਲਈ ਯੂਜ਼ ਕੀਤਾ ਜਾ ਸਕੇ। Next is to make banks more competitive. Commercial banks are given more flexibility in determine rate of interest on deposit and lendings। ਕਿ ਬੈਂਕਸ ਨੂੰ ਮੋਰ ਕੰਪੀਟੀਟਿਵ ਕਰਨਾ ਅਤੇ ਕਮਰਸ਼ੀਅਲ ਬੈਂਕਸ ਨੂੰ ਇੰਨਾ ਥੋੜ੍ਹੀ ਜਿਹੀ ਫਲੈਕਸੀਬਿਲਿਟੀ ਦੇਣੀ ਚਾਹੀਦੀ ਹੈ ਤਾਂ ਜੋ ਆਪਣੀ ਰੇਟ ਆਫ ਇੰਟਰਸਟ ਨੂੰ ਆਪ ਡਿਟਰਮਿਨ ਕਰ ਸਕੇ ਕਿ ਪੋਲੀਟੀਕਲ ਪਾਰਟੀਜ਼ ਦਾ ਇੰਨਾ ਜ਼ਿਆਦਾ ਇੰਟਰਫੇਅਰੈਂਸ ਨਹੀਂ ਹੋਣਾ ਚਾਹੀਦਾ।